ਨਰਿੰਦਰ ਸਿੰਘ ਕਪੂਰ ਦੀ ਪੁਸਤਕ ਆਮੋ ਸਾਹਮਣੇ ਵਿੱਚੋਂ ਰਚਨਾ ਮਾਪੇ ਬਣਨ ਦਾ ਅਨੁਭਵ। ਪਹਿਲੇ ਬੱਚੇ ਦੇ ਜਨਮ ਦੇ ਨਾਲ ਹੀ ਸਮਝ ਸੂਝ ਵਾਲੇ ਪਤੀ ਪਤਨੀ ਸਮਝ ਜਾਂਦੇ ਹਨ ਕਿ ਹੁਣ ਉਹ ਬੱਚੇ ਨਹੀਂ ਰਹੇ। ਬੱਚੇ ਦੇ ਜਨਮ ਲੈਣ ਨਾਲ ਮਾਪਿਆਂ ਨੂੰ ਆਪਣੇ ਆਪ ਦੀ ਨਵੀਂ ਅਤੇ ਨਿਵੇਕਲੀ ਪਛਾਣ ਪ੍ਰਾਪਤ ਹੁੰਦੀ ਹੈ ਅਤੇ ਉਹਨਾਂ ਨੂੰ ਆਪਣੀ ਸਮਰੱਥਾ ਅਤੇ ਸੰਭਾਵਨਾ ਨੂੰ ਮਾਪਣ ਤੋਲਣ ਦਾ ਨਵਾਂ ਅਵਸਰ ਮਿਲਦਾ ਹੈ। ਬੱਚਾ ਆਸ ਅਤੇ ਵਿਕਾਸ ਦਾ ਸੁਨੇਹਾ ਹੁੰਦਾ ਹੈ। ਬੱਚੇ ਨੂੰ ਜਨਮ ਦੇ ਕੇ ਇਸਤਰੀ ਮਾਂ ਹੀ ਨਹੀਂ ਬਣ ਜਾਂਦੀ, ਉਹ ਮੌਤ ਵਿਰੁੱਧ ਅਤੇ ਜੀਵਨ ਦੇ ਪੱਖ ਵਿੱਚ ਇੱਕ ਨਵਾਂ ਮੋਰਚਾ ਵੀ ਉਸਾਰਦੀ ਹੈ। ਪਹਿਲੇ ਬੱਚੇ ਦੀ ਆਸ ਨਾਲ ਹੀ ਮਾਪਿਆਂ ਦੀ ਸ਼ਖਸੀਅਤ ਦੇ ਅਨੇਕਾਂ ਉਹ ਪੱਖ ਉਜਾਗਰ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਉਹ ਆਪ ਵੀ ਸੁਚੇਤ ਨਹੀਂ ਹੁੰਦੇ। ਬੱਚੇ ਜੀਵਨ, ਉਮੀਦ ਅਤੇ ਭਰੋਸੇ ਦੀ ਉਹ ਰੌਸ਼ਨੀ ਹੁੰਦੇ ਹਨ ਜਿਸ ਵਿੱਚ ਅੰਨੇ ਮਾਪੇ ਵੀ ਸੁਜਾਗੇ ਹੋ ਜਾਂਦੇ ਹਨ। ਬੱਚੇ ਤੁਹਾਡੀ ਦੇਣ ਦੀ ਸਮਰੱਥਾ ਦੇ ਨਵੇਂ ਦਿਸ਼ਾਦੇ ਉਲੀਕਦੇ ਹਨ। ਲਗਭਗ ਸਾਰੇ ਪੁਰਸ਼ ਇਸਤਰੀਆਂ ਮਾਪੇ ਬਣਦੇ ਹਨ। 20ਵੀਂ ਸਦੀ ਦੇ ਆਰੰਭ ਤੱਕ ਹਰ ਪਰਿਵਾਰ ਵਿੱਚ ਔਸਤ 8 ਬੱਚੇ ਹੁੰਦੇ ਸਨ ਅਤੇ ਇਸਤਰੀ ਦੇ ਵਿਆਹੇ ਜੀਵਨ ਦਾ 3/4 ਸਮਾਂ ਬੱਚਿਆਂ ਨੂੰ ਪਾਲਣ ਪੋਸ਼ਣ ਵਿੱਚ ਲੱਗ ਜਾਂਦਾ ਸੀ। ਜਿਨ੍ਹਾਂ ਦੇ ਵਿਆਹ ਚੌਥੇ ਦਹਾਕੇ ਵਿੱਚ ਹੋਏ, ਉਹਨਾਂ ਦੇ ਪਰਿਵਾਰਾਂ ਵਿੱਚ ਬੱਚਿਆਂ ਦੀ ਔਸਤ ਗਿਣਤੀ 4 ਰਹੀ ਹੈ ਅਤੇ ਇਸਤਰੀ ਦੇ ਵਿਆਹੇ ਜੀਵਨ ਦਾ ਲਗਭਗ ਅੱਧਾ ਸਮਾਂ ਉਹਨਾਂ ਦੀ ਸੇਵਾ ਵਿੱਚ ਲੰਘ ਜਾਂਦਾ ਰਿਹਾ ਹੈ। ਜਿਨ੍ਹਾਂ ਦੇ ਵਿਆਹ 7ਵੇਂ ਦਹਾਕੇ ਵਿੱਚ ਹੋਏ ਹਨ, ਉਹਨਾਂ ਦੇ ਬੱਚਿਆਂ ਦੀ ਔਸਤ ਗਿਣਤੀ 2 ਹੈ ਅਤੇ ਇਸਤਰੀ ਦੇ ਵਿਆਹੇ ਜੀਵਨ ਦਾ ਲਗਭਗ 5ਵਾਂ ਹਿੱਸਾ ਸਮਾਂ ਉਹਨਾਂ ਦੇ ਲੇਖੇ ਲੱਗ ਜਾਂਦਾ ਹੈ। ਸੰਸਾਰ ਭਰ ਵਿੱਚ ਜਿੱਥੇ ਜਿੱਥੇ ਸੰਤਾਨ ਸੰਜਮ ਅਪਣਾਇਆ ਜਾ ਰਿਹਾ, ਉੱਥੇ ਉੱਥੇ ਖੁਸ਼ਹਾਲੀ ਆ ਰਹੀ ਹੈ। ਸੰਤਾਨ ਸੰਜਮ ਲਈ ਜ਼ਰੂਰੀ ਹੈ ਕਿ ਮਾਵਾਂ ਪੜ੍ਹੀਆਂ ਲਿਖੀਆਂ ਹੋਣ। ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੋਂ ਦੇ ਲੋਕ ਅਨਪੜ੍ਹ ਹੋਣ ਅਤੇ ਮੁਲਕ ਅਮੀਰ ਹੋਵੇ। ਇਵੇਂ ਹੀ ਸੰਸਾਰ ਵਿੱਚ ਕੋਈ ਦੇਸ਼ ਅਜਿਹਾ ਨਹੀਂ ਜਿੱਥੋਂ ਦੇ ਲੋਕ ਪੜ੍ਹੇ ਲਿਖੇ ਹੋਣ ਅਤੇ ਮੁਲਕ ਗਰੀਬ ਹੋਵੇ। ਇਸਤਰੀ ਦੀ ਆਜ਼ਾਦੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਉਹ ਬੱਚਿਆਂ ਨੂੰ ਪਾਲਣ ਪੋਸ਼ਣ ਤੋਂ ਕਿਤਨੀ ਜਲਦੀ ਵਿਹਲੀ ਹੁੰਦੀ ਹੈ ਅਤੇ ਉਸ ਨੂੰ ਆਪਣਾ ਮਾਨਸਿਕ ਵਿਕਾਸ ਕਰਨ ਦੇ ਅਵਸਰ ਕਿਤਨੇ ਮਿਲਦੇ ਹਨ। ਸੰਤਾਨ ਸੰਜਮ ਦੇ ਢੰਗਾਂ ਤਰੀਕਿਆਂ ਨੇ ਮਨੁੱਖਾਂ ਨੂੰ ਇਸ ਯੋਗ ਬਣਾਇਆ ਹੈ ਕਿ ਉਹ ਨਿਰਣਾ ਕਰ ਸਕਣ ਕਿ ਉਹਨਾਂ ਦੇ ਕਿੰਨੇ ਬੱਚੇ ਹੋਣ, ਕਦੋਂ ਹੋਣ ਅਤੇ ਕਦੋਂ ਨਾ ਹੋਣ। ਪਰਿਵਾਰ ਦੀ ਆਕਾਰ ਦੇ ਪੱਖ ਤੋਂ ਵਿਉਂਤਬੰਦੀ ਨੇ ਮਨੁੱਖੀ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਹੈ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਪੱਧਰ ਨੂੰ ਉੱਚਾ ਕੀਤਾ ਹੈ। ਅਜੋਕੇ ਯੁੱਗ ਵਿੱਚ ਮਨੁੱਖਾਂ ਵਾਂਗ ਜਾਨਵਰਾਂ ਨੇ ਵੀ ਸੰਤਾਨ ਸੰਜਮ ਅਪਣਾ ਲਿਆ ਪ੍ਰਤੀਤ ਹੁੰਦਾ ਹੈ। ਨਿਰਸੰਦੇਹ ਸੰਤਾਨ ਦੀ ਵਿਉਂਤਬੰਦੀ ਕੁਦਰਤ ਦੇ ਉਤਪਤੀ ਦੇ ਵਿਧਾਨ ਵਿੱਚ ਮਨੁੱਖ ਦੀ ਸਿੱਧੀ ਦਖਲਅੰਦਾਜ਼ੀ ਹੈ। ਕਈ ਪਰਿਵਾਰ ਅਜਿਹੇ ਹਨ ਜਿੱਥੇ ਪਤੀ ਪਤਨੀ ਮਾਪੇ ਬਣਨ ਦੀ ਕੁਦਰਤ ਦੀ ਬੇਨਤੀ ਪ੍ਰਵਾਨ ਨਹੀਂ ਕਰਦੇ ਅਤੇ ਜਦੋਂ ਸਮਾਂ ਲੰਘ ਜਾਂਦਾ ਤਾਂ ਕੁਦਰਤ ਉਹਨਾਂ ਦੀ ਬੇਨਤੀ ਪ੍ਰਵਾਨ ਨਹੀਂ ਕਰਦੀ। ਜਿਹੜੇ ਮਾਪੇ ਨਹੀਂ ਬਣਦੇ, ਉਹਨਾਂ ਲਈ ਸਾਰਾ ਜੀਵਨ ਸੰਸਾਰ ਵਿੱਚ ਆਪਣੀ ਪਛਾਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਨ੍ਹਾਂ ਘਰਾਂ ਵਿੱਚ ਬੱਚੇ ਨਹੀਂ ਹੁੰਦੇ, ਉਹ ਘਰ ਖੜੋਤੀ ਗੱਡੀ ਵਾਂਗ, ਰੁਕੀ ਹੋਈ ਘੜੀ ਵਾਂਗ, ਬੁਝੇ ਚੁੱਲ੍ਹੇ ਵਾਂਗ, ਖਾਲੀ ਘੜੇ ਵਾਂਗ, ਰੁੰਡ ਮੁੰਡ ਦਰਖਤ ਵਾਂਗ ਅਤੇ ਪਾਟੀ ਹੋਈ ਢੋਲਕੀ ਵਾਂਗ ਪ੍ਰਤੀਤ ਹੁੰਦੇ ਹਨ। ਅਜਿਹੇ ਘਰਾਂ ਵਿੱਚ ਚੀਜ਼ਾਂ ਤੋੜਨ ਵਾਲੇ ਬੱਚੇ ਨਹੀਂ ਹੁੰਦੇ, ਪਰ ਨਵੀਆਂ ਚੀਜ਼ਾਂ ਲਿਆਉਣ ਵਾਲਾ ਉਤਸ਼ਾਹ ਵੀ ਨਹੀਂ ਹੁੰਦਾ। ਜਿਨ੍ਹਾਂ ਘਰਾਂ ਵਿੱਚ ਬੱਚੇ ਨਹੀਂ ਹੁੰਦੇ, ਉੱਥੇ ਮਾਪਿਆਂ ਨੂੰ ਭਵਿੱਖ ਦੇ ਰਾਂਗਲੇ ਅਤੇ ਪ੍ਰੇਰਨਾਮਈ ਸੁਪਨੇ ਨਹੀਂ ਆਉਂਦੇ। ਜਦੋਂ ਪਤੀ ਪਤਨੀ ਮਾਪੇ ਬਣਦੇ ਹਨ ਤਾਂ ਉਹਨਾਂ ਦਾ ਆਪਣੇ ਮਾਪਿਆਂ ਪ੍ਰਤੀ ਦ੍ਰਿਸ਼ਟੀਕੋਣ ਵੀ ਬਦਲ ਜਾਂਦਾ ਹੈ। ਇੱਕ ਨਵੇਂ ਬਣੇ ਪਿਤਾ ਨੇ ਕਿਹਾ, ਮੈਨੂੰ ਆਪਣੇ ਪਿਤਾ ਦਾ ਪੁੱਤਰ ਹੋਣ ਦਾ ਹੁਣ ਅਹਿਸਾਸ ਹੋਇਆ ਹੈ, ਕਿਉਂਕਿ ਪਿਤਾ ਦੀਆਂ ਕਈਆਂ ਦਸੀਆਂ ਬਹੁਤੀਆਂ ਗੱਲਾਂ ਦੀ ਸਮਝ ਮੈਨੂੰ ਹੁਣ ਆਉਣ ਲੱਗੀ ਹੈ। ਇੱਕ ਨਵੀਂ ਬਣੀ ਮਾਂ ਨੇ ਕਿਹਾ, ਮੈਨੂੰ ਹੁਣ ਪਤਾ ਲੱਗਿਆ ਕਿ ਇਸਤਰੀ ਮਾਂ ਬਣਨ ਦੌਰਾਨ ਕੀ ਕੀ ਸੋਚਦੀ ਹੈ। ਆਪਣੀ ਮਾਂ ਦਾ ਮੈਂ ਮਾਂ ਬਣ ਕੇ ਹੀ ਸੱਚੇ ਅਤੇ ਸੁਹਿਰਦ ਮਨ ਨਾਲ ਧੰਨਵਾਦ ਕਰ ਸਕਦੀ ਹਾਂ। ਬੱਚੇ ਮਾਪਿਆਂ ਨੂੰ ਬੁੱਢੇ ਨਹੀਂ ਹੋਣ ਦਿੰਦੇ। ਜਵਾਨ ਹੋ ਰਹੇ ਬੱਚਿਆਂ ਨੂੰ ਵੇਖ ਕੇ ਮਾਪਿਆਂ ਨੂੰ ਆਪਣੇ ਆਪ ਤੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ ਅਤੇ ਉਹਨਾਂ ਨੂੰ ਆਪਣਾ ਆਪ ਚੰਗਾ ਲੱਗਦਾ ਹੈ। ਮਾਪੇ ਆਮ ਬੱਚਿਆਂ ਵਾਂਗ ਟੱਬਰ ਵਿੱਚੋਂ ਆਏ ਹੁੰਦੇ ਹਨ, ਸੋ ਉਹਨਾਂ ਵਿੱਚ ਬਚਪਨ ਦੇ ਅਨੁਭਵ ਨੂੰ ਨਵੇਂ ਸਿਰਿਓਂ ਮਾਣਨ ਦੀ ਸੁਭਾਵਿਕ ਇੱਛਾ ਹੁੰਦੀ ਹੈ। ਇਸਤਰੀ ਦੀ ਮਾਂ ਬਣਨ ਦੀ ਤਾਂਘ ਨੂੰ ਪੁਰਸ਼ ਸਮਝ ਤਾਂ ਸਕਦਾ ਹੈ, ਪਰ ਮਹਿਸੂਸ ਨਹੀਂ ਕਰ ਸਕਦਾ। ਇਹ ਇੱਕ ਅਜਿਹਾ ਸੁਪਨਾ ਹੁੰਦਾ ਹੈ ਜਿਸ ਦੀ ਅਸਲੀਅਤ ਸੁਪਨੇ ਨਾਲੋਂ ਵੀ ਸੋਹਣੀ ਹੁੰਦੀ ਹੈ। ਮਾਂ ਇੱਕ ਅਜਿਹਾ ਰੱਬ ਹੁੰਦੀ ਹੈ ਜਿਸ ਦੀ ਹਸਤੀ ਪ੍ਰਤੀ ਸੰਸਾਰ ਦਾ ਕੋਈ ਵੀ ਵਿਅਕਤੀ ਨਾਸਤਿਕ ਨਹੀਂ ਹੁੰਦਾ। ਕੋਈ ਵੀ ਵਿਅਕਤੀ ਆਪਣੀ ਮਾਂ ਸਾਹਮਣੇ ਡੀਂਗ ਨਹੀਂ ਮਾਰ ਸਕਦਾ। ਇਸ ਸੰਸਾਰ ਵਿੱਚ ਬੱਚੇ ਹੀ ਉਹ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ ਅਸੀਂ ਪੂਰੀ ਤਰ੍ਹਾਂ ਜਾਣਦੇ ਹੁੰਦੇ ਹਾਂ,
ਭਾਵੇਂ ਸਾਡੇ ਬੱਚਿਆਂ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਸਾਨੂੰ ਸਮਝਣ ਵਿੱਚ, ਪਰ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਵੱਧ ਸਾਨੂੰ ਉਹੀ ਸਮਝਣ। ਇੱਕ ਵਿਅਕਤੀ ਨੇ ਕਿਹਾ, ਬੇਬੇ ਮਰੀ ਤਾਂ ਹੀ ਮੈਨੂੰ ਪਤਾ ਲੱਗਾ ਕਿ ਉਹ ਪਰਿਵਾਰਕ ਜ਼ਿੰਮੇਵਾਰੀਆਂ ਦਾ ਕਿਤਨਾ ਬੋਝ ਚੁੱਕੀ ਫਿਰਦੀ ਸੀ। ਭਾਵੇਂ ਮਨੁੱਖ ਜਾਣਦਾ ਹਜ਼ਾਰਾਂ ਵਿਅਕਤੀਆਂ ਨੂੰ ਹੁੰਦਾ ਹੈ, ਪਰ ਮਰਨ ਸਮੇਂ ਉਸਦੀ ਇਹੀ ਇੱਛਾ ਹੁੰਦੀ ਹੈ ਕਿ ਕੇਵਲ ਉਸ ਦੇ ਬੱਚੇ ਉਸ ਕੋਲ ਹੋਣ। ਬੱਚਾ ਆਪਣੀ ਮੁਸਕਰਾਹਟ ਨਾਲ ਮਾਪਿਆਂ ਦੇ ਮਨ ਦੀਆਂ ਗਲੀਆਂ ਵਿੱਚ ਹੋਕਾ ਦਿੰਦਾ ਹੈ, ਪਿਆਰ ਲੈ ਲਓ ਪਿਆਰ। ਸੇਵਾ ਦਾ ਸੰਕਲਪ ਮਾਂ ਵੱਲੋਂ ਬੱਚੇ ਦੀ ਪਰਵਰਿਸ਼ ਤੇ ਬੱਚੇ ਵੱਲੋਂ ਬੁੱਢੀ ਮਾਂ ਦੀ ਦੇਖਭਾਲ ਉੱਤੇ ਟਿਕਿਆ ਹੋਇਆ ਹੈ। ਮਾਂ ਸਦੀਆਂ ਤੋਂ ਉਡੀਕੇ ਜਾ ਰਹੇ ਆਏ ਇਨਕਲਾਬ ਨੂੰ ਟਾਲ ਸਕਦੀ ਹੈ, ਪਰ ਬੱਚੇ ਨੂੰ ਦੁੱਧ ਪਿਲਾਉਣਾ ਨਹੀਂ ਟਾਲਦੀ। ਬੱਚੇ ਲਈ ਉਸਦੀ ਮਾਂ ਹੀ ਉਸ ਦਾ ਬ੍ਰਹਿਮੰਡ ਹੁੰਦੀ ਹੈ। ਮਾਂ ਲਈ ਉਸ ਦਾ ਬੱਚਾ ਹੀ ਉਸਦੀ ਦੁਨੀਆ ਦਾ ਸੂਰਜ ਹੁੰਦਾ ਹੈ। ਇਵੇਂ ਪ੍ਰਸੰਨਤਾ ਵਿੱਚੋਂ ਪਿਆਰ ਤੇ ਪਿਆਰ ਵਿੱਚੋਂ ਪ੍ਰਸੰਨਤਾ ਉਪਜਦੀ ਹੈ। ਹਰ ਘਰ ਤੇ ਪਰਿਵਾਰ ਵਿੱਚ ਬੱਚਿਆਂ ਦੀ ਥਾਂ ਹੁੰਦੀ ਹੈ। ਨਿਰਸੰਦੇਹ ਪਰਿਵਾਰ ਮਨੁੱਖ ਦੀਆਂ ਮਹਾਨ ਕਾਢਾਂ ਵਿੱਚੋਂ ਇੱਕ ਵਡਮੁੱਲੀ ਕਾਢ ਹੈ। ਪਰਿਵਾਰ ਬਣਦਾ ਹੀ ਬੱਚਿਆਂ ਨਾਲ ਹੈ। ਅਨੁਭਵ ਦੱਸਦਾ ਹੈ ਕਿ ਬੱਚਿਆਂ ਨੂੰ ਮਾਪਿਆਂ ਦੀ ਉਤਨੀ ਲੋੜ ਨਹੀਂ ਹੁੰਦੀ ਜਿੰਨੀ ਮਾਪਿਆਂ ਨੂੰ ਬੱਚਿਆਂ ਦੀ ਹੁੰਦੀ ਹੈ। ਮਾਪਿਆਂ ਦੇ ਆਪਣੇ ਵਿਕਾਸ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਬੱਚੇ ਹੋਣ। ਜਿਸ ਘਰ ਵਿੱਚ 3 ਪੀੜ੍ਹੀਆਂ ਨਾਲ ਵਸਦੀਆਂ ਹਨ, ਉੱਥੇ ਸਾਰਿਆਂ ਨੂੰ ਸਾਥ ਸੌਖਾ ਆਉਂਦਾ ਹੈ, ਕਿਉਂਕਿ ਅਜਿਹੇ ਘਰਾਂ ਵਿੱਚ ਅਤੀਤ, ਵਰਤਮਾਨ, ਭਵਿੱਖ ਅਰਥਾਤ ਪਰੰਪਰਾ, ਪਰਿਵਰਤਨ, ਵਿਕਾਸ ਨਾਲ ਵਿਚਰਦੇ ਹਨ। ਅਜਿਹੇ ਘਰਾਂ ਵਿੱਚ ਸਭ ਕੁਝ ਸਹਿਜ ਨਾਲ ਵਾਪਰਦਾ ਹੈ। ਹੁਣ ਇਹ ਨਿਰਣਾ ਕਰਨਾ ਮਨੁੱਖ ਦੇ ਅਧਿਕਾਰ ਵਿੱਚ ਹੈ ਕਿ ਉਸਦੇ ਘਰ ਵਿੱਚ ਬੱਚੇ ਹੋਣ ਕਿ ਨਾ ਹੋਣ। ਆਰਥਿਕ ਮਜਬੂਰੀਆਂ ਨੇ ਵਿਆਹ ਮੁਲਤਵੀ ਕੀਤੇ ਹਨ ਅਤੇ ਜੀਵਨ ਦੇ ਰੁਝੇਵਿਆਂ ਕਾਰਨ ਬੱਚਿਆਂ ਦੀ ਆਮਦ ਅੱਗੇ ਹੀ ਅੱਗੇ ਪੈਂਦੀ ਜਾ ਰਹੀ ਹੈ। ਬਹੁਤੇ ਘਰਾਂ ਵਿੱਚ ਹੁਣ ਪਤੀ ਪਤਨੀ ਮਾਪੇ ਉਦੋਂ ਬਣਦੇ ਹਨ, ਅੱਜ ਤੋਂ 50 ਵਰ੍ਹੇ ਪਹਿਲਾਂ, ਜਦੋਂ ਉਹ ਦਾਦਾ ਦਾਦੀ, ਨਾਨਾ ਨਾਨੀ ਬਣ ਜਾਂਦੇ ਸਨ। ਬੱਚਿਆਂ ਦੀ ਆਮਦ ਸੰਬੰਧੀ 3 ਕਿਸਮ ਦੇ ਦ੍ਰਿਸ਼ਟੀਕੋਣ ਹਨ। ਪਹਿਲੇ ਦ੍ਰਿਸ਼ਟੀਕੋਣ ਅਨੁਸਾਰ ਪਤੀ ਪਤਨੀ ਵਿਆਹ ਉਪਰੰਤ ਕਿਸੇ ਵੇਲੇ ਵੀ ਮਾਪੇ ਬਣਨ ਦੇ ਸੁਪਨੇ ਵੇਖਣ ਲੱਗ ਪੈਂਦੇ ਹਨ। ਦੂਜੀ ਪ੍ਰਕਾਰ ਦੇ ਉਹ ਪਤੀ ਪਤਨੀ ਹੁੰਦੇ ਹਨ ਜਿਹੜੇ ਕਿਸੇ ਲੰਮੇ ਸੰਗਰਾਮ ਵਿੱਚ, ਰਾਜਸੀ ਖੇਤਰ ਵਿੱਚ ਜਾਂ ਖੋਜ ਦੇ ਕਿਸੇ ਪਹਿਲਾਂ ਹੀ ਆਰੰਭੇ ਹੋਏ ਪ੍ਰੋਗਰਾਮ ਵਿੱਚ ਰੁੱਝੇ ਹੁੰਦੇ ਹਨ ਅਤੇ ਉਹਨਾਂ ਲਈ ਆਪਣੇ ਪਰਿਵਾਰ ਨਾਲੋਂ ਆਪਣਾ ਕੰਮ ਵਧੇਰੇ ਮਹੱਤਵਪੂਰਨ ਹੁੰਦਾ ਹੈ। ਤੀਜੀ ਵੰਨਗੀ ਦੇ ਪਤੀ ਪਤਨੀਆਂ ਵਿੱਚ ਉਹ ਪੁਰਸ਼ ਇਸਤਰੀਆਂ ਆ ਜਾਂਦੇ ਹਨ ਜਿਹੜੇ ਇੱਕ ਦੂਜੇ ਨੂੰ ਮਿਲਦੇ ਹੀ ਬਹੁਤ ਪਛੜ ਕੇ ਹਨ ਅਤੇ ਇੱਕ ਦੂਜੇ ਨੂੰ ਲੱਭਦੇ ਹੀ ਉਹ ਆਪਣੀ ਜਵਾਨੀ ਲੰਘਾ ਦਿੰਦੇ ਹਨ। ਪਹਿਲੀ ਪ੍ਰਕਾਰ ਦੇ ਉਹ ਪਤੀ ਪਤਨੀ ਹੁੰਦੇ ਹਨ ਜਿਹੜੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਵੀ ਪਹਿਲਾਂ ਮਾਪੇ ਬਣ ਜਾਂਦੇ ਹਨ। ਪਹਿਲਾ ਬੱਚਾ ਸਭ ਲਈ ਹੈਰਾਨੀ ਭਰੀ ਖੁਸ਼ੀ ਲਿਆਉਂਦਾ ਹੈ, ਪਰ ਬੱਚੇ ਦੇ ਇਤਨੀ ਜਲਦੀ ਆ ਜਾਣ ਨਾਲ ਅਚਾਨਕ ਹੜ੍ਹ ਆਉਣ ਵਾਲੀ ਸਥਿਤੀ ਹੋ ਨਿਬੜਦੀ ਹੈ। ਭਾਵੇਂ ਕਿਤਨੀ ਵੀ ਤਿਆਰੀ ਕੀਤੀ ਹੋਵੇ, ਬੱਚੇ ਦੇ ਆਉਣ ਨਾਲ ਉਥਲ ਪੁਥਲ ਮਚਣੀ ਸੁਭਾਵਿਕ ਹੈ। ਬੱਚੇ ਦੇ ਆਉਣ ਨਾਲ ਜ਼ਿੰਦਗੀ ਦੇ ਸਾਰੇ ਪ੍ਰੋਗਰਾਮ ਮੁਲਤਵੀ ਹੋ ਜਾਂਦੇ ਹਨ। ਸਥਿਤੀ ਉਵੇਂ ਹੀ ਹੁੰਦੀ ਹੈ ਜਿਵੇਂ ਸਵਾਗਤ ਕਰਨ ਵਾਲੇ ਅਜੇ ਤਿਆਰ ਨਾ ਹੋਣ ਅਤੇ ਬਰਾਤ ਆ ਜਾਵੇ। ਵੇਖਿਆ ਗਿਆ ਹੈ ਕਿ ਜਿਨ੍ਹਾਂ ਦੀ ਸੋਚ ਸਪਸ਼ਟ ਨਾ ਹੋਵੇ ਜਾਂ ਜਿਨ੍ਹਾਂ ਦੀ ਸਮਝ ਵਿਸ਼ਾਲ ਨਾ ਹੋਵੇ, ਉਹ ਮਾਪੇ ਬੜੀ ਜਲਦੀ ਬਣ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤਾ ਕੁਝ ਉਹਨਾਂ ਦਾ ਅਣਵਿਉਂਤਿਆ ਬੱਚਾ ਹੀ ਸਿਖਾਉਂਦਾ ਹੈ। ਝਟਪਟ ਬਣੇ ਮਾਪਿਆਂ ਨੂੰ ਜੀਵਨ ਦੇ ਤਜਰਬੇ ਦੀਆਂ ਜਮਾਤਾਂ ਝਟਪਟ ਪਾਸ ਕਰਨੀਆਂ ਪੈਂਦੀਆਂ ਹਨ। ਅਜਿਹੇ ਮਾਪਿਆਂ ਨੂੰ ਆਪਣੇ ਹਮ ਉਮਰਾਂ ਤੋਂ ਅੱਗੇ ਲੰਘ ਜਾਣ ਦੀ ਥਾਂ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਹੈ। ਜੇ ਪਰਿਵਾਰ ਵਿੱਚ ਵੱਡੀ ਪੀੜ੍ਹੀ ਦਾ ਸਹਾਰਾ ਨਾ ਮਿਲੇ ਤਾਂ ਜਵਾਨ ਮਾਵਾਂ ਬੱਚੇ ਦੇ ਕੰਮਾਂ ਦੇ ਬੋਝ ਥੱਲੇ ਲੜਖੜਾ ਜਾਂਦੀਆਂ ਹਨ। ਕਈ ਘਰਾਂ ਵਿੱਚ ਧੀਆਂ ਦੀ ਸਹੁਰੇ ਘਰ ਜੜ ਪੱਕੀ ਕਰਨ ਲਈ ਮਾਵਾਂ ਉਹਨਾਂ ਨੂੰ ਝਟਪਟ ਗੋਦ ਭਰਨ ਦੀ ਸਲਾਹ ਦਿੰਦੀਆਂ ਹਨ, ਪਰ ਜੇ ਧੀ ਨੂੰ ਸਹੁਰੇ ਘਰ ਪ੍ਰਵਾਨਗੀ ਦੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਤਾਂ ਬੱਚੇ ਦੀ ਆਮਦ ਨਾਲ ਸਥਿਤੀ ਆਮ ਕਰਕੇ ਹੋਰ ਵਿਗੜ ਜਾਂਦੀ ਹੈ। ਕਈ ਘਰਾਂ ਵਿੱਚ ਆਸ ਪੁੱਤਰ ਦੀ ਕੀਤੀ ਜਾਂਦੀ ਹੈ, ਪਰ ਹੋਤੀ ਜਾਂਦੀ ਹੈ। ਜੇ ਧੀਆਂ ਦਾ ਸਿਲਸਿਲਾ ਲੰਮਾ ਹੋਵੇ ਤਾਂ ਨਿਰਾਸ਼ਤਾ ਉਪਜਦੀ ਹੈ। ਭਾਵੇਂ ਇਹ ਸਥਿਤੀ ਬਦਲ ਰਹੀ ਹੈ, ਪਰ ਇਸ ਨੂੰ ਸੁਧਾਰਨ ਅਤੇ ਸੁਧਰਨ ਵਿੱਚ ਇਸ ਕਰਕੇ ਬੜੀ ਦੇਰ ਲੱਗੇਗੀ ਕਿਉਂਕਿ ਇਸ ਨਾਲ ਅਨੇਕਾਂ ਆਰਥਿਕ ਪੱਖ ਜੁੜੇ ਹੋਏ ਹਨ। ਜਿੱਥੇ ਪਤੀ ਪਤਨੀ ਦੇ ਵਿਚਾਰ ਵਧੇਰੇ ਸਪਸ਼ਟ ਹੋਣ, ਉੱਥੇ ਆਤਮ ਵਿਸ਼ਵਾਸ ਵਧੇਰੇ ਹੁੰਦਾ ਹੈ। ਅਜਿਹੇ ਘਰਾਂ ਵਿੱਚ ਸੋਚ ਸਮਝ ਕੇ ਇਹ ਨਿਰਣਾ ਕੀਤਾ ਜਾਂਦਾ ਹੈ ਕਿ ਘਰ ਵਿੱਚ ਬੱਚੇ ਨੇ ਕਦੋਂ ਦਾਖਲ ਹੋਣਾ ਹੈ। ਜਿੱਥੇ ਪਤੀ ਪਤਨੀ ਦੋਵੇਂ ਨੌਕਰੀ ਕਰਦੇ ਹਨ, ਉੱਥੇ ਅਜਿਹੀ ਸੋਚ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹੇ ਪਤੀ ਪਤਨੀ ਪੂਰੀ ਤਿਆਰੀ ਕਰਕੇ ਜੀਵਨ ਦੇ ਲੰਬੇ ਸਫ਼ਰ 'ਤੇ ਨਿਕਲਦੇ ਹਨ, ਸੋ ਉਹਨਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦਾ ਉਹਨਾਂ ਨੂੰ ਅਗਾਊਂ ਹੀ ਪਤਾ ਹੁੰਦਾ ਹੈ। ਤੀਜੀ ਪ੍ਰਕਾਰ ਦੇ ਪਤੀ ਪਤਨੀ ਵਿਆਹ ਦੇਰ ਨਾਲ ਹੋਣ ਜਾਂ ਕਰਵਾਉਣ ਕਰਕੇ ਮਾਪੇ ਵੀ ਦੇਰ ਨਾਲ ਬਣਦੇ ਹਨ। ਅਜਿਹੇ ਮਾਪੇ ਜਦੋਂ ਆਪਣੇ ਬੱਚੇ ਨਾਲ ਕਿਧਰੇ ਜਾਂਦੇ ਹਨ ਤਾਂ ਅਕਸਰ ਸੁਣਦੇ ਹਨ
ਤੁਹਾਡਾ ਪੋਤਾ ਬੜਾ ਸਾਊ ਹੈ। ਪਛੜ ਕੇ ਪ੍ਰਾਪਤ ਕੀਤੀ ਸੰਤਾਨ ਅਕਸਰ ਸੰਤ ਸੁਭਾਅ ਹੁੰਦੀ ਹੈ ਅਤੇ ਬਹੁਤੀ ਵਾਰੀ ਸਰੀਰਕ ਅਤੇ ਮਾਨਸਿਕ ਪੱਖੋਂ ਘੱਟ ਚੁਸਤ ਹੁੰਦੀ ਹੈ। ਅਜਿਹੇ ਬੱਚੇ ਮਾਪਿਆਂ ਨਾਲੋਂ ਵੀ ਵਧੇਰੇ ਗੈਰ ਗੰਭੀਰ ਹੋ ਜਾਂਦੇ ਹਨ। ਪਛੜ ਕੇ ਜਨਮੇ ਅਜਿਹੇ ਬੱਚਿਆਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦੇ ਮਾਪੇ ਉਹਨਾਂ ਨਾਲ ਕਦੇ ਖੇਡੇ ਨਹੀਂ। ਅਜਿਹੇ ਮਾਪੇ ਇੱਕ ਬੱਚੇ ਨਾਲ ਹੀ ਥੱਕ ਜਾਂਦੇ ਹਨ ਅਤੇ ਅਜਿਹਾ ਬੱਚਾ ਝਟਪਟ ਜਵਾਨੀ ਲੰਘ ਕੇ ਆਪਣੇ ਯਤੀਮ ਬਣਨ ਦੀ ਤਿਆਰੀ ਵਿੱਚ ਰੁੱਝ ਜਾਂਦਾ ਹੈ। ਅਜਿਹੇ ਬੱਚੇ ਨੂੰ ਆਪਣੇ ਭੈਣ ਭਰਾਵਾਂ ਨਾਲ ਖੇਡਣ ਦਾ ਅਵਸਰ ਨਹੀਂ ਮਿਲਿਆ ਹੁੰਦਾ, ਸੋ ਉਸ ਦਾ ਪਾਲਣ ਪੋਸ਼ਣ ਇੰਝ ਹੁੰਦਾ ਹੈ ਜਿਵੇਂ ਉਹ ਘਰ ਵਿੱਚ ਸਾਊ ਅਤੇ ਸਿਆਣਾ ਬਾਬਾ ਬਣਾਉਣ ਦੀ ਸਿਖਲਾਈ ਲਈ ਭਰਤੀ ਕੀਤਾ ਗਿਆ ਹੋਵੇ। ਕਈ ਪਤੀ ਪਤਨੀ ਮਾਪੇ ਬਣਨ ਦੀ ਅਵਸਥਾ ਨੂੰ ਨਿਰੰਤਰ ਅੱਗੇ ਪਾਉਂਦੇ ਰਹਿੰਦੇ ਹਨ ਅਤੇ ਜਦੋਂ ਉਹ ਮਾਪੇ ਬਣਨ ਦੀਆਂ ਜ਼ਿੰਮੇਵਾਰੀਆਂ ਦੇ ਦਰਿਆ ਵਿੱਚ ਛਾਲ ਮਾਰਨ ਲਈ ਤਿਆਰ ਹੁੰਦੇ ਹਨ ਤਾਂ ਦਰਿਆ ਸੁੱਕ ਚੁੱਕਾ ਹੁੰਦਾ ਹੈ। ਪਛਤਾਵਾ ਅਤੇ ਠੀਕ ਸਮੇਂ 'ਤੇ ਅਵਸਰ ਤੋਂ ਲਾਭ ਨਾ ਉਠਾਉਣ ਦਾ ਦੋਸ਼ ਅਜਿਹੇ ਵਿਅਕਤੀਆਂ ਨੂੰ ਬੜਾ ਨਿਰਾਸ਼ ਕਰਦਾ ਹੈ। ਮਾਂ ਬਣਨ ਨਾਲ ਇਸਤਰੀ ਵਿੱਚ ਜੋ ਤਬਦੀਲੀ ਵਾਪਰਦੀ ਹੈ ਉਸ ਬਾਰੇ ਬਹੁਤ ਕੁਝ ਲਿਖਿਆ ਪੜ੍ਹਿਆ ਜਾ ਚੁੱਕਾ ਹੈ, ਪਰ ਪੁਰਸ਼ ਵਿੱਚ ਵਾਪਰਨ ਵਾਲੀ ਤਬਦੀਲੀ ਵੱਲ ਅਜੇ ਧਿਆਨ ਨਹੀਂ ਗਿਆ। ਜਦੋਂ ਕੋਈ ਇਸਤਰੀ ਮਾਂ ਬਣਦੀ ਹੈ ਤਾਂ ਉਸ ਦੀ ਦੁਨੀਆ ਦੇ ਬਾਕੀ ਸਾਰੇ ਕੰਮਾਂ ਵਿੱਚ ਦਿਲਚਸਪੀ ਘਟ ਜਾਂਦੀ ਹੈ, ਪਰ ਪੁਰਸ਼ ਵਿੱਚ ਵਧੇਰੇ ਕਮਾਉਣ ਅਤੇ ਬੱਚੇ ਨੂੰ ਆਪਣੀਆਂ ਆਸਾਂ ਮੰਗਾਂ ਅਨੁਸਾਰ ਪਾਲਣ ਦੀ ਤੀਬਰ ਇੱਛਾ ਜਾਗਦੀ ਹੈ। ਪੁਰਸ਼ ਨੂੰ ਪਿਤਾ ਬਣ ਕੇ ਆਪਣੇ ਪਿਤਾ ਬਾਰੇ ਮੁੜ ਕੇ ਸੋਚਣ ਦੀ ਆਦਤ ਪੈਂਦੀ ਹੈ। ਕਈਆਂ ਵਾਸਤੇ ਪੁਰਸ਼ ਤੋਂ ਪਿਤਾ ਬਣਨਾ ਸਹਿਲ ਨਹੀਂ ਹੁੰਦਾ। ਅਜਿਹੇ ਪੁਰਸ਼ ਅਕਸਰ ਕੁਝ ਵਧੇਰੇ ਹੀ ਚੁੱਪ ਰਹਿਣ ਲੱਗ ਪੈਂਦੇ ਹਨ। ਬੱਚੇ ਮਾਪਿਆਂ ਦੀ ਜੀਵਨ ਨੂੰ ਟਿਕਾਓ ਦਿੰਦੇ ਹਨ, ਫੈਸਲੇ ਕਰਨ ਦੀ ਮੌਜ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਨੂੰ ਜੀਵਨ ਦੇ ਨਵੇਂ ਅਰਥ ਦੇ ਕੇ ਉਹਨਾਂ ਨੂੰ ਆਸ਼ਾਵਾਦੀ ਅਤੇ ਭਵਿੱਖਵਾਦੀ ਬਣਾਉਂਦੇ ਹਨ। ਮਾਪੇ ਬਣ ਕੇ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਔਖਾ ਨਹੀਂ ਲੱਗਦਾ, ਪਰ ਕਈ ਵਾਰੀ ਥਕਾਵਟ ਬਰਦਾਸ਼ਤ ਕਰਨੀ ਔਖੀ ਲੱਗਦੀ ਹੈ। ਬੱਚੇ ਸਮਾਜ ਵਿੱਚ ਸਾਡੀ ਪਛਾਣ ਅਤੇ ਸੰਸਾਰ ਵਿੱਚ ਸਾਡੇ ਸਥਾਨ ਅਤੇ ਯੋਗਦਾਨ 'ਤੇ ਨਵੇਂ ਆਧਾਰ ਬਣਦੇ ਹਨ। ਦੂਜੇ ਬੱਚੇ ਦੀ ਤਾਂਘ ਵੱਖਰੀ ਭਾਂਤ ਦਾ ਅਨੁਭਵ ਹੁੰਦੀ ਹੈ। ਦੂਜੇ ਬੱਚੇ ਦੀ ਉਡੀਕ ਪਤੀ ਪਤਨੀ ਨਹੀਂ ਪਰਿਵਾਰ ਕਰਦਾ, ਸੋ ਦੂਜੇ ਬੱਚੇ ਦੀ ਆਮਦ ਤੋਂ ਪਹਿਲਾਂ ਪੂਰੀ ਤਿਆਰੀ ਕੀਤੀ ਜਾਂਦੀ ਹੈ। ਪਹਿਲੇ ਬੱਚੇ ਦੇ ਅਨੁਭਵ ਨਾਲ ਮਾਪਿਆਂ ਵਿੱਚ ਆਤਮ ਵਿਸ਼ਵਾਸ ਵੱਧ ਚੁੱਕਾ ਹੁੰਦਾ, ਸੋ ਉਹ ਵਧੇਰੇ ਵਿਸ਼ਵਾਸ ਨਾਲ ਵਿਚਰਦੇ ਹਨ। ਇਕਲੌਤੇ ਬੱਚੇ ਦਾ ਸੰਕਲਪ ਉਸਾਰੂ ਨਹੀਂ, ਕਿਉਂਕਿ ਇਕਲੌਤੇ ਬੱਚੇ ਨਾਲ ਮਾਤਾ ਪਿਤਾ ਅਤੇ ਬੱਚੇ ਤਿੰਨਾਂ ਦਾ ਮਾਨਸਿਕ ਸੰਤੁਲਨ ਸਖਾਵਾਂ ਨਹੀਂ ਰਹਿੰਦਾ। ਸੋ ਭੈਣ ਨੂੰ ਭਰਾ ਅਤੇ ਭਰਾ ਨੂੰ ਭੈਣ ਦਾ ਤੋਹਫਾ ਦੇਣ ਦੀ ਮਾਪਿਆਂ ਦੀ ਇੱਛਾ ਨੂੰ ਜਦੋਂ ਫਲ ਲੱਗਦਾ ਹੈ ਤਾਂ ਪਰਿਵਾਰ ਦੇ ਸੰਪੂਰਨ ਹੋਣ ਦਾ ਅਹਿਸਾਸ ਹੁੰਦਾ ਹੈ। ਕਈਆਂ ਨੂੰ ਦੂਜੇ ਬੱਚੇ ਤੋਂ ਮਗਰੋਂ ਤੀਜੇ ਬੱਚੇ ਲਈ ਵੀ ਯਤਨ ਕਰਨਾ ਪੈਂਦਾ ਹੈ ਅਤੇ ਕਈ ਯਤਨ ਕਰਦੇ ਕਰਦੇ ਗਿਣਤੀ ਹੀ ਭੁੱਲ ਜਾਂਦੇ ਹਨ। ਦੂਜੇ ਬੱਚੇ ਨਾਲ ਮਾਪਿਆਂ ਨੂੰ ਘਰ ਅੰਦਰ ਬਰਾਬਰੀ ਅਤੇ ਇਨਸਾਫ ਜਿਹੇ ਸੰਕਲਪਾਂ ਨੂੰ ਅਮਲ ਵਿੱਚ ਲਿਆਉਣ ਦਾ ਅਵਸਰ ਮਿਲਦਾ ਹੈ। ਜਦੋਂ ਬੱਚੇ ਆਪਸ ਵਿੱਚ ਖੇਡਦੇ ਹਨ ਤਾਂ ਘਰ ਸਵਰਗ ਪ੍ਰਤੀਤ ਹੁੰਦਾ ਹੈ। ਹਰ ਥਾਂ ਛੋਟੇ ਬੱਚੇ ਲਈ ਵੱਡੇ ਬੱਚੇ ਨਿੱਕੇ ਮਾਪੇ ਬਣ ਜਾਂਦੇ ਹਨ। ਕਈ ਟੱਬਰਾਂ ਵਿੱਚ ਅੰਤਲਾ ਬੱਚਾ ਅਜਿਹਾ ਹੁੰਦਾ ਹੈ ਜਿਹੜਾ ਸਭ ਰੋਕਵੇਂ ਪ੍ਰਬੰਧਾਂ ਦੇ ਬਾਵਜੂਦ ਨਹੀਂ ਰੁਕਦਾ। ਇਹ ਬੱਚਾ ਗੱਡੀ ਦੇ ਅੰਤ ਉੱਤੇ ਗਾਰਡ ਦੇ ਡੱਬੇ ਵਾਂਗ ਹੁੰਦਾ ਹੈ। ਮਾਪੇ ਅਕਸਰ ਆਪਣੇ ਇਸ ਛੋਟੇ ਪੁੱਤਰ ਕੋਲ ਆਪਣਾ ਬੁਢਾਪਾ ਗੁਜ਼ਾਰਨ ਦੇ ਵਿਚਾਰ ਪਾਲਦੇ ਹਨ। ਇਹ ਬੱਚਾ ਪ੍ਰੀਤੀ ਭੋਜ ਦੇ ਅਖੀਰਲੇ ਵਾਧੂ ਸਵਾਦ ਬਸ ਖਾਧੇ ਫੁਲਕੇ ਜਾਂ ਮਿੱਠੀ ਚੀਜ਼ ਵਾਂਗ ਹੁੰਦਾ ਹੈ। ਸਾਡੇ ਬੱਚਿਆਂ ਦਾ ਬਚਪਨ ਅਤੇ ਭਵਿੱਖ ਸਾਡੇ ਬਚਪਨ ਅਤੇ ਵਰਤਮਾਨ ਨਾਲੋਂ ਵੱਖਰੀ ਭਾਂਤ ਦਾ ਹੋਣਾ ਸੁਭਾਵਿਕ ਹੈ। ਹੁਣ ਬੱਚੇ ਆਪਣੇ ਆਪਣੇ ਦੇਸ਼ ਜਾ ਕੇ ਵਸ ਜਾਂਦੇ ਹਨ ਅਤੇ ਸਭ ਦਾ ਸਾਂਝਾ ਆਲਣਾ ਖਾਲੀ ਹੋ ਜਾਂਦਾ ਹੈ ਅਤੇ ਮਾਪੇ ਇਕੱਲੇ ਰਹਿ ਜਾਂਦੇ ਹਨ। ਅਸੀਂ ਬੱਚਿਆਂ ਨੂੰ ਉੱਡਣ ਵਾਸਤੇ ਤਾਂਘ ਨਾਲ ਤਿਆਰ ਕਰਦੇ ਹਾਂ, ਪਰ ਜਦੋਂ ਉਹ ਉੱਡ ਜਾਂਦੇ ਹਨ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਬੱਚਿਆਂ ਦੇ ਜਾਣ ਨਾਲ ਰੌਣਕ ਦੇ ਦਿਨਾਂ ਤੋਂ ਮਗਰੋਂ ਇੱਕ ਉਦਾਸੀ ਪਸਰ ਜਾਂਦੀ ਹੈ, ਖਾਲੀ ਆਲਣੇ ਵਾਲੀ ਉਦਾਸੀ। ਦਾਦਾ ਦਾਦੀ ਨਾਨਾ ਨਾਨੀ ਬਣਨਾ ਸਾਡੇ ਅਧਿਕਾਰ ਵਿੱਚ ਨਹੀਂ ਹੁੰਦਾ, ਅਸੀਂ ਤਾਂ ਉਡੀਕ ਹੀ ਸਕਦੇ ਹਾਂ। ਜਦੋਂ ਬੱਚੇ ਦੂਰ ਚਲੇ ਜਾਣ ਤਾਂ ਬਾਕੀ ਉਡੀਕ ਹੀ ਰਹਿ ਜਾਂਦੀ ਹੈ, ਲੰਮੀ ਉਡੀਕ, ਉਮਰ ਨਾਲੋਂ ਵੀ ਲੰਮੀ ਉਡੀਕ, ਧੁੰਦਲੀਆਂ ਅੱਖਾਂ ਵਾਲੀ ਉਡੀਕ, ਮਾਪਿਆਂ ਵੱਲੋਂ ਆਪਣੀ ਸੰਤਾਨ ਦੀ ਮੁੜ ਆਉਣ ਦੀ ਉਡੀਕ। ਧੰਨਵਾਦ।